ਸਰ ਓਕੇ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਕੀ ਮੰਤਵ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਤੁਸੀਂ ਸਾਰੇ ਇੱਕ ਦੋ ਵਾਰ ਆਪਾਂ ਨੂੰ ਟਾਈਮ ਵੀ ਚੇਂਜ ਕਰਨਾ ਪਿਆ ਮੌਸਮ ਖਰਾਬ ਹੋਣ ਕਰਕੇ, ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ। ਅੱਜ ਜਿਸ ਵਿਸ਼ੇ 'ਚ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ, ਬੜਾ ਗੰਭੀਰ ਮਸਲਾ ਪਿਛਲੇ 2-3 ਦਿਨਾਂ ਦਾ ਇਸ ਸੂਬੇ ਦੇ ਵਿੱਚ ਤੇ ਖਾਸ ਤੌਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੁਸੀਂ ਵੇਖੋ 4.5 ਸਾਲ ਇਸ ਸਰਕਾਰ ਨੂੰ ਬਣਿਆ ਹੋ ਗਏ। 4.5 ਸਾਲ ਜਦੋਂ ਕੋਈ ਸਰਕਾਰ ਪੂਰੇ ਕਰਦੀ ਹੈ ਤਾਂ ਤਕਰੀਬਨ ਜਿਹੜੇ ਵਾਅਦੇ ਕਰਕੇ ਲੋਕਾਂ ਕੋਲ ਇਹ ਵੋਟਾਂ ਲੈਣ ਵਾਸਤੇ ਗਏ ਹੁੰਦੇ ਆ, 80-90% ਉਹ ਵਾਅਦੇ ਪੂਰੇ ਕਰ ਚੁੱਕੀ ਹੁੰਦੀ ਹੈ ਜੇ ਕੋਈ ਸਰਕਾਰ ਦੀ ਕਾਰਗੁਜ਼ਾਰੀ 4 ਸਾਲਾਂ 'ਚ ਕੋਈ ਰਹੀ ਹੋਵੇ। ਪਰ ਪੰਜਾਬ ਦੀ ਜਿਹੜੀ ਸਰਕਾਰ ਹੈ, ਕੰਪਲੀਟ ਫੇਲੀਅਰ, ਐਬਸੈਂਸ ਆਫ ਗਵਰਨਮੈਂਟ ਸਰਕਾਰ ਨਾਂ ਦੀ ਪੰਜਾਬ 'ਚ ਕੋਈ ਚੀਜ਼ ਨਹੀਂ। ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਆਪਦੇ ਹਾਲ ਤੇ ਛੱਡਤਾ ਇਸ ਔਖੀ ਘੜੀ, ਇਸ ਮੁਸ਼ਕਲ ਦੀ ਘੜੀ। ਕੋਈ ਹਿੰਦੁਸਤਾਨ ਦਾ ਸੂਬਾ ਲੈ ਲਓ, ਹਰ ਸੂਬੇ ਦੇ ਵਿੱਚ ਉਸ ਸੂਬੇ ਦੇ ਮੁੱਖ ਮੰਤਰੀ, ਉਸ ਸੂਬੇ ਦੇ ਸਿਹਤ ਮੰਤਰੀ ਇਸ ਮਹਾਮਾਰੀ ਦੇ ਵਿੱਚ ਅੱਗੇ ਹੋ ਕੇ ਆਪਦੇ ਸੂਬੇ ਦੀ ਅਗਵਾਈ ਕਰ ਰਹੇ ਆ, ਲੋਕਾਂ ਦੀ ਲੜਾਈ ਲੜ ਰਹੇ ਆ। ਪਰ ਸਾਡਾ ਮੁੱਖ ਮੰਤਰੀ, ਸਾਡਾ ਸਿਹਤ ਮੰਤਰੀ ਨਾ ਤਾਂ ਆਪਦੇ ਘਰਾਂ ਚੋਂ ਨਿਕਲਣ ਨੂੰ ਤਿਆਰ ਹੈ, ਤੇ ਜਿਹੜੀ ਕੋਈ ਉਹਨਾਂ ਦਾ ਧਿਆਨ ਹੈ ਉਹ ਰੋਜ਼ ਕਾਂਗਰਸ ਦੀ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ, ਇੱਕ ਦੂਜੇ ਖਿਲਾਫ ਧੜਿਆਂ ਦੇ ਵਿੱਚ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਿਆ। ਇੱਕ ਦਿਨ ਸਿੱਧੂ ਸਾਹਿਬ ਕਹਿ ਦਿੰਦੇ ਆ ਕੈਪਟਨ ਨੂੰ ਕੱਢੋ, ਕੈਪਟਨ ਕਹਿ ਦਿੰਦਾ ਸਿੱਧੂ ਨੂੰ ਕੱਢੋ, ਪ੍ਰਤਾਪ ਬਾਜਵਾ ਕਹਿ ਦਿੰਦਾ ਏਜੀ ਨੂੰ ਕੱਢੋ। ਤੇ ਮੈਂ ਇਹ ਸਵਾਲ ਇਸ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਰੋਨਾ ਨੂੰ ਕੌਣ ਕੱਢੂਗਾ? ਇਹਨਾਂ ਹਾਲਾਤਾਂ 'ਚ ਇਹਨਾਂ ਨੇ ਆਪਦੇ ਲੋਕਾਂ ਨੂੰ, ਜਿਵੇਂ ਆਪਾਂ ਕਹਿ ਦਈਏ, ਅਬੈਂਡਨ ਕਰਤਾ, ਲਵਾਰਿਸ ਛੱਡਤਾ। ਇਹ ਸਰਕਾਰ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਹੈ। ਤੁਸੀਂ ਇਹ ਵੇਖੋ 4-4.5 ਸਾਲਾਂ 'ਚ, ਜਿਵੇਂ ਮੈਂ ਗੱਲ ਕੀਤੀ ਹੈ, ਸਰਕਾਰ ਦੀ ਕਹਾਣੀ ਕੀ ਹੈ। 4.5 ਸਾਲਾਂ ਬਾਅਦ ਜੇ ਇਸ ਸਰਕਾਰ ਦੀ ਕਹਾਣੀ ਦਾ ਤੁਸੀਂ ਲੋਕਾਂ ਦੇ ਸਾਹਮਣੇ ਵਰਣਨ ਕਰਨਾ ਹੋਵੇ ਤਾਂ ਇਸ ਸਰਕਾਰ ਦੀ ਕਹਾਣੀ ਕਾਲਾ ਬਾਜ਼ਾਰੀ, ਕਰਪਸ਼ਨ, ਰਿਸ਼ਵਤਖੋਰੀ, ਲੁੱਟ ਤੇ ਕੁੱਟ ਦੀ ਕਹਾਣੀ ਇਸ ਸਰਕਾਰ ਦੀ ਬਣ ਕੇ ਰਹਿ ਗਈ ਹੈ। ਹਾਲ ਤਾਂ ਸਾਰੇ ਪੰਜਾਬ ਦਾ ਹੀ ਇਹ ਹੈ। ਕੋਈ ਮੰਤਰੀ ਦੀ ਕਹਾਣੀ ਛੇੜ ਕੇ ਵੇਖ ਲਓ, ਉਹਦੇ ਮਹਿਕਮੇ 'ਚ ਵੇਖ ਲਓ, ਸਕੈਮਾਂ ਨਾਲ ਤੇ ਕਰਪਸ਼ਨ ਨਾਲ ਭਰਪੂਰ ਹੈ। ਲੋਕਾਂ ਦੀ ਲੁੱਟ ਰੱਜ ਕੇ ਕੀਤੀ ਗਈ ਹੈ। ਕੋਈ ਐਮਐਲਏ ਨੂੰ ਛੇੜ ਕੇ ਵੇਖ ਲਓ, ਉਹਦੇ ਹਲਕੇ ਨੂੰ ਕਿਸੇ ਨੇ ਰੇਤਾ ਪੱਟਿਆ, ਕਿਸੇ ਨੇ ਨਸ਼ਾ ਵੇਚਿਆ, ਕਿਸੇ ਨੇ ਨਜਾਇਜ਼ ਸ਼ਰਾਬ ਵੇਚੀ ਹੈ। ਚਾਹੇ ਉਹਨਾਂ ਹਰਕਤਾਂ ਨਾਲ ਲੋਕਾਂ ਦੀਆਂ ਜਾਨਾਂ ਗਈਆਂ ਹੋਣ, 125 ਜਾਨ ਤਰਨਤਾਰਨ ਸਾਹਿਬ ਡੈਥ ਹੋਈ ਸੀ, ਕੋਈ ਕਾਰਵਾਈ ਨਹੀਂ ਉਹਦੇ ਤੇ ਹੋਈ। ਇਸ ਸਰਕਾਰ ਦੇ ਨੁਮਾਇੰਦੇ ਦੋਵੇਂ ਹੱਥੀਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ, ਦੋਨੇ ਹੱਥੀਂ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ ਆ। ਇਹ ਕਹਾਣੀ ਰਹਿ ਗਈ ਹੈ ਇਸ ਸਰਕਾਰ ਦੀ। ਹੁਣ ਜੇ ਸਾਰੇ ਪੰਜਾਬ ਦੀ ਮੈਂ ਤੁਹਾਡੇ ਕੋਲੇ ਜ਼ਿਕਰ ਕੀਤਾ, ਜੇ ਮੈਂ ਵਿਸ਼ੇਸ਼ ਤੌਰ ਤੇ ਫਰੀਦਕੋਟ ਦੀ ਗੱਲ ਕਰਾਂ, ਸਾਡੇ ਜ਼ਿਲ੍ਹੇ 'ਚ ਇੱਕੋ ਕਾਂਗਰਸ ਦਾ ਐਮਐਲਏ ਹੈ ਤੇ ਉਸ ਐਮਐਲਏ ਨੇ ਥੋੜਾ ਲੈ ਕੇ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ, ਪੈਸੇ ਇਕੱਠੇ ਕਰਨ ਦਾ ਕੰਮ ਪਹਿਲੇ ਦਿਨੋਂ ਸ਼ੁਰੂ ਕੀਤਾ। ਭੁੱਖ ਇੰਨੀ ਖਿਲਾਰਤੀ ਹੈ, ਇਹ ਮੇਰੇ ਲਫ਼ਜ਼ ਨਹੀਂ, ਇਹ ਮੈਂ ਉਹਨਾਂ ਦੇ ਕਾਂਗਰਸ ਪਾਰਟੀ ਦੇ ਆਪਦੇ ਐਮਪੀ ਦੇ ਲਫ਼ਜ਼ ਹੀ ਬੋਲ ਰਿਹਾ। ਇੰਨੀ ਭੁੱਖ ਪਾਤੀ, ਬੰਦੇ ਦਾ ਢਿੱਡ ਤਾਂ ਭਰ ਸਕਦਾ ਪਰ ਕਿਸੇ ਦੀ ਨੀਅਤ ਨਹੀਂ ਤੁਸੀਂ ਕਦੇ ਭਰ ਸਕਦੇ ਜਿਹਦੀ ਨੀਅਤ ਭੁੱਖੀ ਹੋਵੇ। ਹੁਣ ਤੁਸੀਂ ਵੇਖੋ, ਅਸੀਂ ਪਹਿਲੇ ਦਿਨੋਂ ਕਹਿੰਦੇ ਰਹੇ ਹਾਂ ਕਿ ਜਿੰਨਾ ਨਜਾਇਜ਼ ਰੇਤੇ ਦਾ ਕੰਮ, ਜਿੰਨਾ ਨਜਾਇਜ਼ ਸ਼ਰਾਬ ਦਾ ਕੰਮ, ਜਿੰਨਾ ਨਰੇਗਾ ਦੇ ਵਿੱਚ ਗਰੀਬ ਪਰਿਵਾਰਾਂ ਦੀ ਲੁੱਟ ਹੋ ਰਹੀ ਹੈ, ਜਿੰਨੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਗਈਆਂ ਉਹਨਾਂ ਚੋਂ ਪੰਚਾਇਤਾਂ ਤੋਂ ਚੈੱਕ ਵਾਪਸ ਲਿੱਤੇ ਜਾ ਰਹੇ ਆ, ਇਹ ਗੱਲਾਂ ਅਸੀਂ ਮਗਰਲੇ 4 ਸਾਲਾਂ ਦੇ ਰੌਲਾ ਪਾ ਰਹੇ ਹਾਂ। ਪਰ ਸਾਡੀ ਗੱਲ ਇਹ ਕਹਿ ਕੇ ਪਾਸੇ ਕਰ ਦਿੱਤੀ ਜਾਂਦੀ ਸੀ ਕਿ ਇਹ ਤਾਂ ਸਿਆਸੀ ਵਿਰੋਧੀ ਹੈ, ਐਵੇਂ ਗੱਲ ਕਰਦੇ। ਸਮੇਂ-ਸਮੇਂ ਤੇ ਅਸੀਂ ਕੱਲੀਆਂ ਗੱਲਾਂ ਨਹੀਂ ਕੀਤੀਆਂ, ਅਸੀਂ ਕੰਪਲੇਂਟਾਂ ਵੀ ਦਾਇਰ ਕੀਤੀਆਂ। ਗਵਰਨਮੈਂਟ ਆਫ ਇੰਡੀਆ ਨੂੰ ਨਰੇਗਾ ਦੀ ਲੁੱਟ ਤੇ ਅਸੀਂ ਕੰਪਲੇਂਟ ਦਿੱਤੀ। ਗਵਰਨਮੈਂਟ ਆਫ ਇੰਡੀਆ ਨੂੰ ਪੰਚਾਇਤਾਂ ਨੂੰ ਦਿੱਤੇ ਗਏ ਹੋਏ ਫੰਡ ਜਿਹੜੇ ਆ ਉਹਨਾਂ ਦੀ ਲੁੱਟ ਦੀ ਅਸੀਂ ਕੰਪਲੇਂਟ ਕੀਤੀ, ਕਿਉਂਕਿ ਪੰਜਾਬ ਸਰਕਾਰ ਦੇ ਤਾਂ ਫੰਡ ਆਏ ਨਹੀਂ, ਫੰਡ ਤਾਂ ਕੇਂਦਰ ਸਰਕਾਰ ਤੋਂ ਆਏ ਆ।
ਪੰਜਾਬ ਸਰਕਾਰ ਨੇ ਤਾਂ 4.5 ਸਾਲਾਂ 'ਚ ਇੱਕ ਨਵਾਂ ਪੈਸਾ ਪੰਜਾਬ ਦੀਆਂ ਪੰਚਾਇਤਾਂ ਨੂੰ ਨਹੀਂ ਦਿੱਤਾ, ਪਿੰਡਾਂ ਨੂੰ ਨਹੀਂ ਦਿੱਤਾ। ਕੇਂਦਰ ਵੱਲੋਂ ਵਿੱਤ ਕਮਿਸ਼ਨ ਤੇ ਨਰੇਗਾ ਦਾ ਪੈਸਾ ਆਇਆ, ਉਹਦੀ ਦੋਵੇਂ ਹੱਥੀਂ ਇਹਨਾਂ ਦੇ ਨੁਮਾਇੰਦਿਆਂ ਨੇ ਲੁੱਟ ਕੀਤੀ। ਅਸੀਂ ਕੰਪਲੇਂਟਾਂ ਦਿੱਤੀਆਂ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਲਿਖ ਕੇ ਕੇਂਦਰ ਦੇ ਵਜ਼ੀਰ ਨੂੰ ਉਦੋਂ ਭੇਜਿਆ ਸੀ, ਤੇ ਉਦੋਂ ਕਹਿੰਦੇ ਸੀ ਇਸੇ ਸਾਡੇ ਐਮਐਲਏ ਦੀ ਸਟੇਟਮੈਂਟ ਹੈ ਕਿ ਇਹ ਤਾਂ ਸਿਆਸੀ ਵੈਂਡੇਟਾ ਕਰ ਰਹੇ ਆ ਮੇਰੇ ਖਿਲਾਫ, ਇਹ ਤਾਂ ਸਿਆਸੀ ਬਦਲਾਖੋਰੀ ਕਰ ਰਹੇ ਆ ਮੇਰੇ ਖਿਲਾਫ। ਜਦੋਂ ਰੇਤੇ ਦੀ ਲੁੱਟ ਹੋਈ ਉਦੋਂ ਅਸੀਂ ਲਿਖ ਕੇ ਭੇਜਿਆ, ਆ ਕੰਪਲੇਂਟ ਮੇਰੇ ਵੱਲੋਂ ਵੀ ਹੈ। ਸੈਕਟਰੀ ਮਾਈਨਿੰਗ ਨੂੰ, ਮੁੱਖ ਮੰਤਰੀ ਤੱਕ ਨੂੰ ਅਸੀਂ ਲਿਖ ਕੇ ਭੇਜਿਆ, ਤੇ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਕਿ 5-5 ਲੱਖ ਦਾ ਰੇਤਾ, 5-5 ਲੱਖ ਦਾ ਰੇਤਾ ਹਰ ਰੋਜ਼ ਹਠਾੜ ਦੇ ਪਿੰਡਾਂ 'ਚੋਂ ਪੱਟ ਕੇ ਤੇ ਵੇਚਿਆ ਜਾਂਦਾ ਸੀ ਨਜਾਇਜ਼ ਤੌਰ ਤੇ। ਸਰਕਾਰ ਦੇ ਖਜ਼ਾਨੇ 'ਚ ਕੁਝ ਨਹੀਂ ਜਾਂਦਾ ਸੀ, ਇਹ ਸਿਰਫ ਵਿਧਾਇਕ ਦੀਆਂ ਜੇਬਾਂ 'ਚ ਮਾਲ ਜਾ ਰਿਹਾ ਸੀ। ਇਹ ਹਾਲ ਕਰਤਾ ਕਿ 30-30 ਫੁੱਟ 40-40 ਫੁੱਟ ਥੱਲੇ ਪੱਟ ਕੇ ਪਾਣੀ ਕੱਢਤਾ ਠਾੜ ਦੇ, ਉੱਥੋਂ ਤੇ ਸਬਮਰਸੀਬਲ ਪੰਪ ਲੈ ਕੇ ਤੇ ਥੱਲੋਂ ਰੇਤਾ ਤੇ ਪਾਣੀ ਕੱਢਿਆ ਜਾ ਰਿਹਾ ਸੀ। ਇਹ ਹਾਲਾਤ ਬਣਾਤੇ ਤੇ ਐਡਮਿਨਿਸਟ੍ਰੇਸ਼ਨ, ਇਹ ਮੈਂ ਨਹੀਂ ਲਿਖਿਆ, ਅਖਬਾਰ ਲਿਖਦੇ ਕਿ ਐਡਮਿਨਿਸਟ੍ਰੇਸ਼ਨ ਨੇ ਅੱਖਾਂ ਬੰਦ ਕਰ ਲਈਆਂ ਤੇ ਪਿੰਡਾਂ ਦੇ ਲੋਕ ਮਾਫੀਆ ਤੋਂ ਡਰ ਗਏ ਐ। ਇੰਨਾ ਇਹਨਾਂ ਨੇ ਸਹਿਮ ਤੇ ਕਹਿਰ ਦਾ ਮਾਹੌਲ ਪੈਦਾ ਕਰਤਾ ਸੀ। ਇਹ ਸਾਰੀਆਂ ਗੱਲਾਂ ਲਿਖਤੀ ਤੌਰ ਤੇ ਅਸੀਂ ਕਰਦੇ ਰਹੇ ਹਾਂ, ਪਰ ਇਹ ਗੱਲਾਂ ਡਿਸਮਿਸ ਕਰ ਦਿੰਦੇ ਰਹੀ ਸਰਕਾਰ ਕਿ ਇਹ ਤਾਂ ਸਿਆਸੀ ਬਦਲਾਖੋਰੀ, ਇਹ ਤਾਂ ਸਿਆਸੀ ਪਾਰਟੀਆਂ। ਹੱਕ ਸੱਚ ਦੀ ਆਵਾਜ਼ ਉਠਾਉਣ ਤੇ ਵੀ ਇਹੋ ਜਿਹੀਆਂ ਟਿੱਪਣੀਆਂ ਆਉਂਦੀਆਂ ਰਹੀਆਂ। ਤੇ ਮੈਂ ਅੱਜ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਤੇ ਰਾਹੁਲ ਗਾਂਧੀ ਨੂੰ ਵੀ ਕਿ ਅੱਜ ਤਾਂ ਇਹ ਗੱਲਾਂ ਅਸੀਂ ਨਹੀਂ ਕਹੀਆਂ। ਅੱਜ ਤਾਂ ਤੁਹਾਡਾ ਆਪ ਦਾ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਇਸੇ ਹਲਕੇ ਦਾ, ਜਿਹਦੇ ਕੋਲੇ ਇਸੇ ਹਲਕੇ ਚੋਂ ਲੋਕ ਜਾਂਦੇ ਆ ਤੇ ਜਾ ਕੇ ਆਪਦੀ ਦੁੱਖ ਤਕਲੀਫ ਜਿਹੜੀ ਸਾਡੇ ਕੋਲ ਰੋਂਦੇ ਆ ਜਾਂ ਕਿਸੇ ਹੋਰ ਕੋਲ ਰੋਂਦੇ ਆ, ਐਡਮਿਨਿਸਟ੍ਰੇਸ਼ਨ ਕੋਲੇ ਜਾਂਦੇ ਆ, ਉਹੀ ਗੱਲ ਉਹਦੇ ਕੋਲੇ ਜਾ ਕੇ ਕਰਦੇ। ਤੇ ਉਹਦੇ ਲਫ਼ਜ਼ ਤੁਸੀਂ ਸਾਰਿਆਂ ਨੇ ਇੰਟਰਵਿਊ ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀ, ਜਿਹਦੇ 'ਚ ਉਹਨੇ ਜ਼ਿਕਰ ਕੀਤਾ, ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹੀ ਜ਼ਿਕਰ ਕੀਤਾ ਕਿ ਢਿੱਲੋਂ ਸਾਹਿਬ ਦੀਆਂ ਤਾਂ ਰੇਤੇ ਦੀਆਂ ਵੀ ਸ਼ਿਕਾਇਤਾਂ, ਟਰਾਂਸਪੋਰਟ ਦੀਆਂ ਸ਼ਿਕਾਇਤਾਂ, ਪੰਚਾਇਤਾਂ ਦੀਆਂ ਸ਼ਿਕਾਇਤਾਂ, ਚੈੱਕ ਵਾਪਸ ਲੈਣ ਦੀਆਂ। ਇਦੋਂ ਮਾੜੀ ਗੱਲ ਹੋ ਸਕਦੀ ਕਿ ਸਰਕਾਰ ਪੰਚਾਇਤ ਨੂੰ ਗ੍ਰਾਂਟ ਭੇਜੇ, ਤੁਸੀਂ ਕਹੋ ਵੀ ਗ੍ਰਾਂਟ ਤੈਨੂੰ ਤਾਂ ਲਾਉਣ ਦੇਊਂਗਾ, ਨਹੀਂ ਤਾਂ ਵੀਡੀਓ ਨੇ ਲਾਉਣ ਦੀ ਪਰਮਿਸ਼ਨ ਨਹੀਂ ਦੇਣੀ, ਜਾਂ ਮੈਨੂੰ ਵਿੱਚੋਂ ਕਮਿਸ਼ਨ ਵਾਪਸ ਦੇ। ਇਹ ਮੇਰੀਆਂ ਗੱਲਾਂ ਨਹੀਂ ਕਹੀਆਂ ਹੋਈਆਂ, ਇਹ ਮੈਂ ਵਰਡ ਟੂ ਵਰਡ ਕੋਟ ਕਰ ਰਿਹਾ ਮੁਹੰਮਦ ਸਦੀਕ ਸਾਹਿਬ ਨੂੰ। ਇੰਨੇ ਸੀਰੀਅਸ ਐਲੀਗੇਸ਼ਨ ਇੱਕ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਰੂਲਿੰਗ ਪਾਰਟੀ ਦਾ ਹੋਵੇ, ਉਸੇ ਪਾਰਟੀ ਦੇ ਐਮਐਲਏ ਦੇ ਖਿਲਾਫ ਐਲੀਗੇਸ਼ਨ ਲਾਵੇ, ਤੇ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਇਹਦੇ? ਭੁੱਖ ਵਿਖਾਈ ਹੋਈ ਆ, ਉਹ ਕਹਿੰਦੇ ਦੁਹਾਈ ਰੱਬ ਦੀ, ਕਹਿੰਦਾ ਇੰਨੀ ਮੱਚੀ ਪਈ ਹੈ। ਤੇ ਜਦੋਂ ਉਹਨੂੰ ਇਹ ਪੁੱਛਿਆ ਜਾਂਦਾ ਐਮਪੀ ਸਾਹਿਬ ਨੂੰ ਕਿ ਸਪੋਰਟ ਕਿਹਨੂੰ ਕਿਹਦੀ ਹੈ, ਮੈਂ ਫੇਰ ਉਹਨਾਂ ਨੂੰ ਕੋਟ ਕਰਦਾ, ਕਹਿੰਦੇ ਜੀ ਅੰਡਰ ਦ ਟੇਬਲ ਕਈ ਗੱਲਾਂ ਹੁੰਦੀਆਂ ਹੈ, ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲ ਬਣੀ ਹੋਵੇਗੀ, ਇਹ ਵੀ ਤਾਂ ਹੋ ਸਕਦਾ। ਹੁਣ ਇਸ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੀ ਇੰਨੀ ਲੁੱਟ 4.5 ਸਾਲ ਨੰਗੀ ਲੁੱਟ ਕਰਨ ਦੀ ਇਹਨੂੰ ਇਜਾਜ਼ਤ ਦਿੱਤੀ ਗਈ, ਤੇ ਐਮਪੀ ਸਾਹਿਬ ਕਹਿ ਰਹੇ ਕਿ ਕਿਤੇ ਨਾ ਕਿਤੇ ਡੀਟੀ ਫਿੱਟ ਹੋਈ ਵੀ ਹੈ, ਕਿਤੇ ਨਾ ਕਿਤੇ ਅੰਡਰ ਦਾ ਟੇਬਲ ਸਮਾਨ ਜਾਂਦਾ ਹੈ, ਫਿਰ ਇਹ ਕਿਹਦੇ ਕੋਲ ਜਾਂਦਾ? ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ। ਜੇ ਮੁੱਖ ਮੰਤਰੀ ਸਾਹਿਬ ਸਪਸ਼ਟ ਨਹੀਂ ਕਰਦੇ ਤੇ ਫਿਰ ਕਿਤੇ ਨਾ ਕਿਤੇ ਤਾਂ ਮੁੱਖ ਮੰਤਰੀ ਸਾਹਿਬ ਵੀ ਸ਼ੱਕ ਦੇ ਘੇਰੇ ਚ ਆਉਣਗੇ। ਮੈਂ ਤਾਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਮਸਲੇ ਤੇ ਆਪਦੀ ਗੱਲ ਸਪਸ਼ਟਤਾ ਨਾਲ ਕਰਨ। ਹਜੇ ਐਮਪੀ ਸਾਹਿਬ ਕਈ ਗੱਲਾਂ ਭੁੱਲ ਗਏ। ਲੇਬਰ ਯੂਨੀਅਨ ਦੇ ਟੈਂਡਰਾਂ ਚੋਂ ਪੈਸੇ ਲਿੱਤੇ ਜਾਂਦੇ ਆ, ਟਰਾਂਸਪੋਰਟ ਦੇ ਟੈਂਡਰਾਂ ਚੋਂ ਪੈਸੇ ਲਿੱਤੇ ਜਾਂਦੇ ਆ, ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਦੇ ਮਸਲੇ ਸਾਡੇ ਹਲਕੇ ਚੋਂ ਉੱਭਰ ਕੇ ਆਏ ਆ। ਮਤਲਬ ਸਰਕਾਰ ਨੂੰ ਜਿਸ ਤਰੀਕੇ ਨਾਲ ਲੁੱਟਿਆ ਜਾ ਸਕੇ, ਸਾਰੇ ਤਰੀਕਿਆਂ ਨਾਲ ਸਰਕਾਰ ਦੀ ਲੁੱਟ ਹੋ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਚੁੱਪ ਬੈਠੀ ਹੈ। ਹੁਣ ਮੈਂ ਇਹ ਗੱਲ ਕਰਦਾ ਕਿ ਵੇਖੋ ਫਿਕਸਡ ਮੈਚ ਕਿਵੇਂ ਚੱਲ ਰਿਹਾ ਕੇਂਦਰ ਤੇ ਸੂਬੇ ਦਾ। ਅਸੀਂ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਹਾਂ, ਕੇਂਦਰ ਕੋਲੇ ਕੰਪਲੇਂਟਾਂ ਜਾਂਦੀਆਂ, ਕੇਂਦਰ ਦੇ ਵਿੱਚ ਉਸ ਵੇਲੇ ਦੇ ਵਜ਼ੀਰ, ਜਦੋਂ ਸਾਡੀ ਭਾਈਵਾਲੀ ਸੀ ਭਾਰਤੀ ਜਨਤਾ ਪਾਰਟੀ ਨਾਲ, ਕਿਸਾਨੀ ਮਸਲਿਆਂ ਤੋਂ ਪਹਿਲਾਂ, ਸਾਡੇ ਛੱਡਣ ਤੋਂ ਅਸਤੀਫਾ ਦੇਣ ਤੋਂ ਪਹਿਲਾਂ, ਇੱਕ ਕੇਂਦਰ ਦਾ ਵਜ਼ੀਰ ਕੰਪਲੇਂਟ ਦਿੰਦਾ, ਸਪੈਸੀਫਿਕ ਐਲੀਗੇਸ਼ਨਸ ਨਾਲ ਹੈਗੀਆਂ, ਡਿਟੇਲ ਚ ਪ੍ਰੂਫ ਲਾ ਕੇ
ਵੀ ਆਹ ਕਾਂਗਰਸ ਦੇ ਐਮਐਲਏ ਤੇ ਐਮਪੀ ਤੇ ਵਜ਼ੀਰ ਲੁੱਟ ਕਰ ਰਹੇ ਆ ਪੰਜਾਬ 'ਚ। ਕੇਂਦਰ ਦੇ ਫੰਡਾਂ ਦੀ ਜਿਹੜੀ ਗਰੀਬਾਂ ਦੀ ਜੇਬ 'ਚ ਪੈਸਾ ਜਾਣਾ ਚਾਹੀਦਾ ਹੈ, ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋ ਕੇ ਆਪਦੀਆਂ ਜੇਬਾਂ ਭਰ ਰਹੇ ਆ, ਤੇ ਉਹਦੇ ਤੇ ਕੇਂਦਰ ਦੀ ਟੀਮ ਜਾਂਚ ਕਰਨ ਆਉਂਦੀ ਹੈ, ਪ੍ਰੂਫ ਸਾਰੇ ਇਕੱਠੇ ਕਰਕੇ ਲੈ ਜਾਂਦੀ ਹੈ, ਤੇ ਪਰ ਐਕਸ਼ਨ ਕੋਈ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਫਿਕਸਡ ਮੈਚ, ਲੈਣ ਦੇਣ ਕਿ ਤੁਸੀਂ ਲੁੱਟ ਕਰ ਰਹੇ ਹੋ, ਅਸੀਂ ਆਪਦੀਆਂ ਅੱਖਾਂ ਮੀਚ ਲੈਂਦੇ ਆ, ਪਰ ਤੁਹਾਨੂੰ ਚੱਲਣਾ ਸਾਡੇ ਇਸ਼ਾਰੇ ਤੇ ਪਊ। ਜਿਹੜੀ ਗੱਲ ਸਾਰੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਚਲਾ ਰਹੇ ਆ, ਇਹਨਾਂ ਕਾਰਨਾਂ ਕਰਕੇ ਹੀ ਚਲਾ ਰਹੇ ਆ, ਕਿਉਂਕਿ ਚੋਰ ਹੈ ਇਹਨਾਂ 'ਚ। ਉਹਨਾਂ ਨੇ ਇਹਨਾਂ ਦੀ ਚੋਰੀ ਫੜ ਲਈ ਤੇ ਹੁਣ ਬਲੈਕਮੇਲ ਕਰ ਲਿਆ, ਬਾਹ ਮਰੋੜੀ ਹੋਈ ਹੈ ਕਿ ਜੇ ਤੁਸੀਂ ਸਾਡੇ ਇਸ਼ਾਰੇ ਤੇ ਨਾ ਚੱਲੇ ਤੇ ਫਿਰ ਤੁਹਾਡੇ ਸਾਰੇ ਵਜ਼ੀਰਾਂ ਤੇ ਐਮਐਲਏ ਤੇ ਕਾਰਵਾਈ ਹੋਊਗੀ। ਇਸ ਕਾਰਨ ਸੈਂਟਰ ਤੁਸੀਂ ਵੇਖੋ ਪ੍ਰੂਫ ਦੇਣ ਦੇ ਬਾਵਜੂਦ ਇਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਆ। ਉਸੇ ਤਰ੍ਹਾਂ ਨਾਲ ਲੁੱਟ ਹਜੇ ਵੀ ਜਾਰੀ ਆ, ਹੁਣ ਵੀ ਪ੍ਰੂਫ ਦੇ ਦਿੰਦੇ ਆ, ਟੀਮਾਂ ਇੱਥੇ ਆ ਕੇ ਪ੍ਰੂਫ ਇਕੱਠਾ ਕਰਕੇ ਜਾਂਦੀਆਂ ਤੇ ਕਾਰਵਾਈ ਫਿਰ ਕੋਈ ਨਹੀਂ ਹੋ ਰਹੀ। ਅਸੀਂ ਇਹ ਸਾਰਾ ਕੁਝ ਹੁਣ ਦੇਖ ਕੇ ਆ ਸੀਡੀ ਦੇ ਵਿੱਚ ਮੈਂ ਮੁਹੰਮਦ ਸਦੀਕ ਸਾਹਿਬ ਦੀ ਉਹ ਇੰਟਰਵਿਊ ਵੀ ਡਾਊਨਲੋਡ ਕੀਤੀ ਹੈ। ਅਸੀਂ ਸਰਦਾਰ ਗੁਰਮੀਤ ਸਿੰਘ ਸਾਧੂਵਾਲਾ ਸਾਹਿਬ ਵੀ ਨਾਲ ਹੈ ਮੇਰੇ, ਇਹਨਾਂ ਨੇ ਵੀ ਨਰੇਗਾ ਦੀ ਜਿਹੜੀ ਲੁੱਟ ਦੀ ਕੰਪਲੇਂਟ ਇਹਨਾਂ ਵੱਲੋਂ ਹੋਈ ਸੀ, ਮਾਈਨਿੰਗ ਦੀ ਜਿਹੜੀ ਲੁੱਟ ਦੀ ਕੰਪਲੇਂਟ ਹੈ ਉਹ ਸਾਡੇ ਦੋਨਾਂ ਵੱਲੋਂ ਜੁਆਇੰਟਲੀ ਹੋਈ ਸੀ। ਅਸੀਂ ਹੁਣ ਇੱਕ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਇੱਕ ਲਿਖਤੀ ਕੰਪਲੇਂਟ ਅੱਜ ਅਸੀਂ ਦੇਣ ਲੱਗੇ ਹਾਂ ਵਿਜੀਲੈਂਸ ਮਹਿਕਮੇ ਨੂੰ ਕਿ ਸਾਡੀ ਕੰਪਲੇਂਟਾਂ ਤੇ ਤਾਂ ਤੁਸੀਂ ਗੌਰ ਨਹੀਂ ਕੀਤਾ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੇ ਐਲੀਗੇਸ਼ਨਸ ਹੈ, ਬੜੇ ਸੀਰੀਅਸ ਐਲੀਗੇਸ਼ਨਸ ਹੈ। ਇੱਕ ਰੂਲਿੰਗ ਪਾਰਟੀ ਦਾ ਐਮਪੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, 15 ਲੱਖ ਲੋਕਾਂ ਦਾ ਨੁਮਾਇੰਦਾ ਉਹ, ਤੇ ਇੱਕ ਰੂਲਿੰਗ ਪਾਰਟੀ ਦੇ ਐਮਐਲਏ ਦੇ ਖਿਲਾਫ ਕਹਿ ਰਿਹਾ। ਸੋ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਕਸਰ ਜੇ ਐਮਪੀ ਕਹਿ ਰਿਹਾ, ਜ਼ਿੰਮੇਵਾਰੀ ਨਾਲ ਕੋਈ ਗੱਲ ਕਹਿ ਰਿਹਾ ਹੋਣਾ, ਵਿੱਚ ਇਹਦੇ ਰਿਕਾਰਡ ਕਰਕੇ ਪੁਰਾਣੀਆਂ ਜਿਹੜੀਆਂ ਸਾਡੀਆਂ ਕੰਪਲੇਂਟਾਂ ਉਹ ਵੀ ਨਾਲ ਅਟੈਚ ਕਰਕੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਅਸੀਂ ਕੰਪਲੇਂਟ ਦੇਣ ਲੱਗੇ ਹਾਂ ਕਿ ਫਰੀਦਕੋਟ ਦੇ ਐਮਐਲਏ ਦੇ ਖਿਲਾਫ ਨਾਮ ਵੀ ਨਹੀਂ ਮੈਂ ਤਾਂ ਲੈਣਾ ਚਾਹੁੰਦਾ, ਕਿਉਂਕਿ ਤੁਸੀਂ ਸਾਰੇ ਬਿਹਤਰ ਜਾਣਦੇ ਹੋ, ਲੋਕ ਤਾਂ ਅਲੀ ਬਾਬਾ ਕਹਿੰਦੇ ਆਉਣ, ਅਲੀ ਬਾਬੇ ਨੇ ਤਾਂ ਫੇਰ ਗਾਂ 40 ਚੋਰ ਰੱਖੇ ਸੀ, ਇਹ ਤਾਂ ਸਭ ਕੁਝ ਮਾਲ ਅੰਦਰ ਆਉਣ ਦਿਓ ਅੰਦਰ। ਸਦੀਕ ਸਾਹਿਬ ਦੀ ਮੈਂ ਇੱਕ ਹੋਰ ਦੇਖ ਰਿਹਾ ਸੀ, ਉਹਦੇ ਚ ਕਹਿੰਦੇ ਪਰਮਾਤਮਾ ਨੇ ਸਭ ਕੁਝ ਦਿੱਤਾ, ਕਹਿੰਦੇ ਨਾ ਰੱਜੇ ਪੁੱਜੇ ਆ। ਸਦੀਕ ਸਾਹਿਬ ਸਿਹਤ ਵੰਨਿਓ ਰੱਜੇ ਪੁੱਜੇ ਵੇਖ ਕੇ ਨਾ ਤੁਸੀਂ ਰੱਜੇ ਪੁੱਜੇ ਕਹੋ, ਨੀਅਤ ਦਾ ਬੰਦਾ ਰੱਜਿਆ ਹੋਣਾ ਚਾਹੀਦਾ, ਉਹ ਰੱਜਿਆ ਹੁੰਦਾ। ਕਿਸੇ ਦੀ ਜੇਬ 100 ਰੁਪਇਆ ਵੀ ਹੋਵੇ, ਪਰ ਜੇ ਨੀਅਤ ਪਰ ਉਹਦੀ ਰੱਜੀ ਹੈ ਤਾਂ ਉਹ ਰੱਜਿਆ ਪੁੱਜਿਆ ਬੰਦਾ ਹੈ। ਕਰੋੜਾਂ ਰੁਪਇਆ ਘਰੇ ਪਿਆ ਹੋਵੇ ਪਰ ਫਿਰ ਵੀ ਗਰੀਬ ਦੀ ਜੇਬ ਵੱਲ ਵੇਖੋ, ਉਹਨੂੰ ਰੱਜਿਆ ਪੁੱਜਿਆ ਨਹੀਂ ਤੁਸੀਂ ਕਿਸੇ ਕੀਮਤ ਤੇ ਕਹਿ ਸਕਦੇ। ਸੋ ਅਸੀਂ ਕੰਪਲੇਂਟ ਦੇਣ ਲੱਗੇ ਹਾਂ ਕਿ ਫਰੀਦਕੋਟ ਦੇ ਐਮਐਲਏ ਤੇ ਪਰਚਾ ਦਰਜ ਕਰਕੇ ਤੇ ਇਸ ਐਲੀਗੇਸ਼ਨਸ ਜਿਹੜੀਆਂ ਐਮਪੀ ਨੇ ਲਾਈਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਇਹਨਾਂ ਤੇ ਕਾਰਵਾਈ, ਬਣਦੀ ਕਾਰਵਾਈ ਕੀਤੀ ਜਾਵੇ। ਤੁਹਾਡੇ ਵੱਲੋਂ ਪਹਿਲਾਂ ਵੀ ਕੰਪਲੇਂਟਾਂ ਕੀਤੀਆਂ ਗਈਆਂ, ਪਰ ਹਜੇ ਤੱਕ ਤੁਸੀਂ ਤੁਹਾਡਾ ਕਹਿਣਾ ਕਾਰਵਾਈ ਨਹੀਂ ਗਈ, ਕਿ ਤੁਹਾਨੂੰ ਲੱਗਦਾ ਕਿ ਹੁਣ ਵੀ ਇਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੋਊਗੀ ਕੋਈ? ਦੇਖੋ ਜੇ ਕਾਰਵਾਈ ਨਾ ਹੋਵੇ ਤਾਂ ਇਹ ਵੇਖੋ ਇੱਕ ਨੁਮਾਇੰਦੇ ਹੋਣ ਦੇ ਨਾਤੇ ਫਿਰ ਇਹ ਵੀ ਨਹੀਂ ਨਾ ਬਣਦਾ ਕਿ ਚੁੱਪ ਕਰਕੇ ਬਹਿ ਜਾਈਏ। ਸਾਡੇ ਪੱਲੇ ਹੈ ਹੋਕਾ ਦੇਣਾ, ਰੌਲਾ ਪਾਉਣਾ, ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਤੱਥਾਂ ਸਮੇਤ ਪੇਸ਼ ਕਰਨਾ, ਗਾਂ ਕਾਰਵਾਈ ਕਰਨੀ ਨਾ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਸਰਕਾਰ ਨਾ ਕਰੇ ਤਾਂ ਫਿਰ ਸਾਡੀ ਇਹ ਤਾਂ ਨਹੀਂ ਨਾ ਕਿ ਅਸੀਂ ਚੁੱਪ ਕਰਕੇ ਬਹਿ ਜਾਈਏ, ਨਾ ਕਰਨ। ਰਿਕਾਰਡ ਹੈ, ਸਾਨੂੰ ਸਰਕਾਰ ਬਦਲੂਗੀ, 6 ਮਹੀਨੇ ਰਹਿ ਗਏ, ਇਹੀ ਰਿਕਾਰਡ ਚੱਕ ਕੇ ਤੇ ਇਸੇ ਰਿਕਾਰਡ ਤੇ ਕਾਰਵਾਈ ਹੋਊਗੀ। ਰਮਾਣਾ ਸਾਹਿਬ, ਇੱਕ ਵੈਂਟੀਲੇਟਰਾਂ ਦਾ ਮੁੱਦਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ, ਉਹ ਕੇਂਦਰ ਸਰਕਾਰ ਨੇ ਜਾਣਕਾਰੀ ਹੁਣ ਦੇਤੀ ਹੈਗੀ ਹੈ ਕਿ ਜਿਹੜੇ ਵੈਂਟੀਲੇਟਰ ਹੈਗੇ ਆ ਉਹ ਜਿੰਨੇ ਵੀ ਇੱਥੇ ਖਰਾਬ ਪਏ ਸੀਗੇ ਇਹ ਝੂਠ ਬੋਲ ਰਹੇ ਆ। ਉਹਦੇ ਚੋਂ ਜਿਹੜਾ ਇਹਨਾਂ ਨੇ ਇੰਜੀਨੀਅਰ ਭੇਜਿਆ ਸੀ 5 ਸਿਰਫ ਠੀਕ ਹੋਏ ਆ, ਬਾਕੀ ਸਾਰੇ ਐਜ਼ ਇਟ ਇਜ਼ ਕੰਮ ਕਰ ਰਹੇ, ਇਹਨਾਂ ਨੇ ਜਾਣ ਕੇ ਇੰਸਟਾਲ ਕੀਤੇ। ਦੇਖੋ ਮੈਂ ਪਹਿਲੇ ਦਿਨੋਂ ਇਹ ਗੱਲ ਕਹਿ ਰਿਹਾ, ਮੈਂ ਸ਼ੁਰੂ ਵੀ ਅੱਜ ਇਹ ਗੱਲ ਨਾਲ ਕੀਤਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਮਹਾਮਾਰੀ 'ਚ ਅੱਗੇ ਹੋ ਕੇ। ਯਾਰ ਮੁੱਖ ਮੰਤਰੀ ਲੜਦਾ ਆਪਣੇ ਸੂਬੇ ਦੇ ਲੋਕਾਂ ਦੇ, ਹੈਲਥ ਮਿਨਿਸਟਰ ਅੱਗੇ ਹੋ ਕੇ ਲੜਦਾ ਹੈ, ਮੁੱਖ ਮੰਤਰੀ ਫਾਰਮ ਹਾਊਸ ਚੋਂ ਨਹੀਂ ਨਿਕਲ ਰਿਹਾ। ਹੈਲਥ ਮਿਨਿਸਟਰ ਨੇ ਆਪਦੇ ਘਰ ਦੇ ਬਾਹਰ ਬੋਰਡ ਲਾਤੇ ਸੀ ਕਿ ਮੈਨੂੰ ਕੋਈ ਮਿਲੇ ਨਾ ਮਹਾਮਾਰੀ ਦੇ ਦੌਰਾਨ, ਮੈਂ ਡਿਸਟੈਂਸਿੰਗ ਰੱਖ ਰਿਹਾ ਲੋਕਾਂ ਤੋਂ। ਕੀ ਐਕਸਪੈਕਟ ਕਰਦੇ ਹੋ? ਹੁਣ ਮੁੱਖ ਮੰਤਰੀ ਤਾਂ ਉਹੀ ਗੱਲ ਕਹੂਗਾ ਨਾ ਜਿਹੜੇ ਉਹਨੂੰ 4-5 ਜਿਹੜੇ ਅਫਸਰ ਫੀਡ ਦਿੰਦੇ ਆ। ਲੋਕਾਂ ਨਾਲੋਂ ਤਾਂ ਉਹਦਾ ਕੰਟੈਕਟ ਬ੍ਰੇਕ ਹੋ ਚੁੱਕਿਆ। ਤੁਸੀਂ ਵੇਖੋ 809 ਵੈਂਟੀਲੇਟਰ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਭੇਜੇ, 2020 ਦੀ ਗੱਲ ਹੈ, ਹਜੇ ਤੱਕ ਇਹਨਾਂ ਨੇ ਉਹ ਇੰਸਟਾਲ ਨਹੀਂ ਕੀਤੇ।
11 ਅਪ੍ਰੈਲ ਨੂੰ ਕੇਂਦਰ ਦੀ ਸਰਕਾਰ ਚਿੱਠੀ ਲਿਖਦੀ ਹੈ ਇਹਨਾਂ ਨੂੰ ਕਿ ਅਸੀਂ ਤੁਹਾਨੂੰ ਭੇਜਿਆ ਹੈ, ਤੁਸੀਂ ਉਹਨਾਂ ਚੋਂ ਹਜੇ ਪੂਰੇ ਇੰਸਟਾਲ ਹੀ ਨਹੀਂ ਕੀਤੇ, ਤੇ ਇਹ ਵੀ ਲਿਖਦੇ ਆ ਕਿ ਜੇ ਤੁਹਾਨੂੰ ਹੋਰ ਚਾਹੀਦੇ ਸਾਨੂੰ ਹੋਰ ਦੱਸ ਦਿਓ, ਅਸੀਂ ਉਹ ਵੀ ਤੁਹਾਨੂੰ ਦੇਵਾਂਗੇ। ਪਰ ਜੂੰ ਨਹੀਂ ਸਰਕਦੀ। ਜਦੋਂ ਰੌਲਾ ਪੈ ਜਾਂਦਾ ਹੈ, ਮਹਾਮਾਰੀ ਸਿਰ ਤੇ ਚੜ ਗਈ ਆ ਗਈ, 1 ਮਈ ਨੂੰ ਇਹ ਚਿੱਠੀ ਲਿਖ ਦਿੰਦੇ ਆ ਕੇਂਦਰ ਨੂੰ। ਇੱਕ ਹੁਸਨ ਲਾਲ ਜੀ ਇਹਨਾਂ ਦੇ ਅਫਸਰ ਸਾਹਿਬ ਨੇ, ਉਹਨਾਂ ਵੱਲੋਂ ਜਾਂਦੀ ਹੈ ਕਿ ਸਾਡੇ ਕੁਝ ਵੈਂਟੀਲੇਟਰ ਖਰਾਬ ਹੋ ਗਏ। ਤੇ ਯਾਰ 2020 ਤੋਂ ਲੈ ਕੇ 1 ਮਈ ਤੱਕ ਤੁਸੀਂ ਸੁੱਤੇ ਪਏ ਸੀ। 10 ਦਿਨ ਪਹਿਲਾਂ ਦੀ ਚਿੱਠੀ ਹੈ। ਕਿਹਨੂੰ ਮੂਰਖ ਬਣਾਉਂਦੇ ਆ ਇਹ? ਕੂੜੇ ਵਾਂਗੂ ਸੁੱਤੇ ਪਏ ਆ ਯਾਰ। ਲੋਕ ਬਿਨਾਂ ਆਕਸੀਜਨ ਤੋਂ, ਬਿਨਾਂ ਵੈਂਟੀਲੇਟਰਾਂ ਤੋਂ ਮਰ ਰਹੇ ਆ ਯਾਰ। ਇਟ ਇਜ਼ ਕੋਲਡ ਬਲੱਡਡ ਮਰਡਰ। ਇਹ ਕਤਲ ਹੈ, ਕਤਲ। ਤੁਹਾਡੇ ਕੋਲੇ ਸਮਾਨ ਪਿਆ ਹੋਵੇ, ਸਾਲ ਪਹਿਲਾਂ ਆਇਆ ਪਿਆ ਹੋਵੇ, ਲੋਕ ਉਸ ਸਮਾਨ ਦੇ ਬਾਝੋਂ, ਉਸ ਆਕਸੀਜਨ ਦੇ ਬਾਝੋਂ, ਉਸ ਵੈਂਟੀਲੇਟਰ ਦੇ ਬਾਝੋਂ, ਹਰ ਪਰਿਵਾਰ ਦਾ ਜੀ ਅੱਜ ਪੀੜਤ ਹੈ। ਲੋਕ ਜਾਨ ਗਵਾ ਰਹੇ ਹੈ ਤੇ ਤੁਸੀਂ ਉਹ ਡੰਪ ਕਰਕੇ ਸਿੱਟ ਰੱਖੇ ਆਪਦੇ ਗਡਾਊਨਾਂ ਦੇ ਵਿੱਚ। ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ? ਤੁਸੀਂ ਇਹ ਚਿੱਠੀ ਲਿਖ ਕੇ ਆਪਦੀ ਜ਼ਿੰਮੇਵਾਰੀ ਤੋਂ ਫਾਰਗ ਨਹੀਂ ਹੋ ਸਕਦੇ। ਇਹ ਤੁਹਾਨੂੰ ਜ਼ਿੰਮੇਵਾਰੀ ਫਿਕਸ ਕਰਨੀ ਪਊਗੀ। ਕ੍ਰਿਮੀਨਲ ਨੈਗਲੀਜੈਂਸ ਤੇ ਕੋਲਡ ਬਲੱਡਡ ਮਰਡਰ, ਬਲਬੀਰ ਸਿੱਧੂ ਤੇ ਪਰਚਾ ਹੋਣਾ ਚਾਹੀਦਾ ਇਸ ਗੱਲ। ਰਾਜਸਥਾਨ ਸਰੋਂ ਵੱਲੋਂ ਕਿਹਾ ਗਿਆ ਕਿ ਜਿਹੜੇ ਆਏ ਸਨ 83 ਦੇ ਕਰੀਬ ਆਏ ਸਨ, ਕੁਝ ਪਹਿਲਾਂ ਹੀ ਖਰਾਬ ਸਨ, ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਸਸਤੀ ਕੀਮਤ ਦੇਗਾ, ਘੱਟੋ ਘੱਟ 10 ਲੱਖ ਦਾ ਇੱਕ ਵੈਂਟੀਲੇਟਰ ਹੋਣਾ ਚਾਹੀਦਾ ਜੋ ਸਹੀ ਚੱਲਦਾ। ਜਗਤਾਰ ਜੀ ਜਦੋਂ ਲਿਆ ਕੇ ਇੱਥੇ ਰੱਖ ਲਏ, ਸਾਲ ਹੋ ਗਿਆ, ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਕਿ ਇਹ ਸਸਤੀ ਕੀਮਤ ਤੇ ਹੈ? ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਕਿ ਇੰਸਟਾਲ ਕਰਕੇ ਚੈੱਕ ਕਰੀਏ ਜੇ ਕੋਈ ਕਮੀ ਪੇਸ਼ੀ ਹੈ? ਯਾਰ ਅੱਜ ਜਦੋਂ ਮਸਲਾ ਨਿਕਲ ਆਇਆ ਬਾਹਰ, ਅੱਜ ਬਹਾਨੇ ਮਾਰ ਕੇ ਨਿਕਲਣਾ ਚਾਹੁੰਦੇ ਆ। ਪੰਜਾਬ 'ਚ ਅੱਗ ਲੱਗੀ ਹੈ ਯਾਰ, ਸਰਕਾਰ ਕਿੱਥੇ ਹੈ? ਸਰਕਾਰ ਆਪਦੇ ਫਾਰਮ ਹਾਊਸ ਸੁੱਤੀ ਪਈ ਹੈ। ਇੱਕ ਕਹਾਵਤ ਬਣੀ ਸੀ ਕਿ ਰੋਮ ਵਾਸ ਬਰਨਿੰਗ ਐਂਡ ਨੀਰੋ ਵਾਸ ਫਿਡਲਿੰਗ। ਮੈਂ ਤੁਹਾਨੂੰ ਉਹਦੀ ਕਹਾਣੀ ਛੋਟੀ ਜੀ ਦੱਸ ਦਿੰਦਾ ਕੀ ਸੀ। ਕਿ ਰੋਮ ਦੇ ਵਿੱਚ 64 ਈਸਵੀ ਅੱਜ ਤੋਂ 2000 ਸਾਲ ਪਹਿਲਾਂ ਅੱਗ ਲੱਗੀ ਸੀ। ਇੱਕ ਉੱਥੋਂ ਦਾ ਬਾਦਸ਼ਾਹ ਸੀ ਨੀਰੋ। 9 ਦਿਨ ਰੋਮ ਬਲਿਆ ਸੀ ਉਦੋਂ, 9 ਦਿਨ, ਤੇ 2/3 ਰੋਮ ਅੱਗ ਲੱਗ ਕੇ ਸਵਾਹ ਹੋ ਗਿਆ ਸੀ। ਉਹ ਆਪਦੇ ਮਹਿਲ ਚੋਂ ਨਹੀਂ ਨਿਕਲਿਆ ਸੀ, ਆਪਦਾ ਫਿਡਲ ਹੁੰਦਾ ਇੱਕ ਮਿਊਜ਼ੀਕਲ ਇਨਸਟਰੂਮੈਂਟ, ਉਹਦੇ ਨਾਲ ਖੇਡਦਾ ਰਿਹਾ। ਤੇ ਯਾਰ ਇਹਨੂੰ ਤਾਂ 9 ਮਹੀਨੇ ਹੋ ਗਏ ਬਾਹਰ ਨਿਕਲਿਆ, ਪੰਜਾਬ ਦੇ ਨੀਰੋ ਨੂੰ 9 ਮਹੀਨੇ ਹੋ ਗਏ ਉਹਨੇ ਆਪਦੇ ਘਰ ਚੋਂ ਨਿਕਲਿਆ। ਤੇ ਪੰਜਾਬ ਦੇ ਨੀਰੋ ਤੋਂ ਹਿਸਾਬ ਕੌਣ ਲਊਗਾ? ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਉਹਨਾਂ ਵੱਲੋਂ ਸਾਲ ਇਹ ਅਣਗਹਿਲੀ ਕੀਤੀ ਗਈ ਹੈ। ਸਰਕਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਯਾਰ। ਮੁੱਖ ਮੰਤਰੀ ਜ਼ਿੰਮੇਵਾਰ ਹੈ, ਹੈਲਥ ਮਿਨਿਸਟਰ ਜ਼ਿੰਮੇਵਾਰ ਹੈ। ਫਿਕਸ ਕਰਨ ਰਿਸਪੌਂਸਿਬਿਲਟੀ ਹੋ ਮਹਿਕਮੇ ਦਾ। ਜਦੋਂ ਮੈਂ ਹੈਡ ਹੈ ਤੇ ਜੇ ਮੇਰੇ ਮਹਿਕਮੇ 'ਚ ਕੋਈ ਗੜਬੜ ਹੋ ਰਹੀ ਹੈ ਤੇ ਫਿਰ ਜ਼ਿੰਮੇਵਾਰ ਤਾਂ ਮੈਂ ਹੈ ਨਾ। ਕਿ ਮੈਂ ਥੱਲੜੇ ਪੱਧਰ ਤੇ ਜਾ ਕੇ ਕੋਈ ਕਹਿ ਦਾ ਮੁਨਸ਼ੀ ਸਿਪਾਹੀ ਜ਼ਿੰਮੇਵਾਰ ਹੈ? ਕਿਵੇਂ ਹੋ ਸਕਦਾ? ਇੱਕ ਰਮਾਨਾ ਸਾਹਿਬ, ਪੰਜਾਬ ਸਰਕਾਰ ਦਾ ਨਵਾਂ ਫਰਮਾਨ ਸਾਹਮਣੇ ਆਇਆ ਹੈ। ਉਹਨਾਂ ਨੇ 8 ਸਰਕਾਰੀ ਕਾਲਜਾਂ ਨੂੰ 5-5 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਗੱਲ ਕਹੀ ਹੈ ਕਿ ਇੱਕ ਹੋਰ ਕਾਲਜ ਖੜਾ ਕਰਨਾ ਹੈ। ਜੀ ਤੇ ਪ੍ਰਜਿੰਦਰਾ ਕਾਲਜ ਨਹੀਂ ਚਾਹੁੰਦਾ। ਯਾਰ ਸਰਕਾਰ ਹੈ ਹੀ ਨਹੀਂ ਬ੍ਰਦਰ। ਗੁਰਜੀਤ ਜੀ, ਸਰਕਾਰ ਨਾਂ ਦੀ ਚੀਜ਼ ਨਹੀਂ। ਇਹ ਚਿੱਠੀਆਂ ਵੀ ਥੱਲੇ ਲੈਵਲ ਤੇ ਅਫਸਰ ਲਿਖੀ ਜਾਂਦੇ ਆ, ਸਰਕਾਰ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਆ। ਬਾਹਰ ਨਿਕਲੋ, ਲੋਕਾਂ ਨੂੰ ਮਿਲੋ। ਹੁਣ ਮਹਾਮਾਰੀ ਤੁਸੀਂ ਕਹਿ ਰਹੇ ਹੋ, ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ, ਕੀ ਉਹ ਨਹੀਂ ਜਾ ਕੇ ਲੋਕਾਂ ਨੂੰ ਮਿਲ ਰਹੇ? ਠੀਕ ਹੈ, ਕੋਵਿਡ ਦੇ ਨੋਰਮਸ ਫੋਲੋ ਕਰੋ, ਡਿਸਟੈਂਸਿੰਗ ਰੱਖੋ, ਮਾਸਕ ਪਾਓ, ਪਰ ਇਹ ਥੋੜੀ ਕਿ ਯਾਰ ਲੋਕਾਂ ਨੂੰ ਆਪਦੇ ਹਾਲ ਤੇ ਛੱਡ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵਿਡ ਆਈਸੋਲੇਸ਼ਨ ਸੈਂਟਰ ਤਿਆਰ ਕੀਤੇ, ਸਮੇਤ ਆਕਸੀਜਨ ਤਿਆਰ ਕੀਤੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਸਰਕਾਰ ਕੋਲੇ ਸਮਾਨ ਆਇਆ ਪਿਆ, ਇਦੋਂ ਦਾ ਆਹੀ ਸਮਾਨ ਪੀਐਮ ਕੇਅਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੁੰਦਾ, ਮੈਂ ਦਾਅਵੇ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਨਾ ਹੁੰਦੀਆਂ, ਪੰਜਾਬ ਦੀਆਂ ਕਈ ਕੀਮਤੀ ਜਾਨਾਂ ਬਚਦੀਆਂ। ਜਿੱਥੇ ਕਿ ਸਰਕਾਰ ਨੂੰ ਚਾਹੀਦਾ ਸੀ ਵੈਸੇ ਕਰੋਨਾ ਚੱਲ ਹੋ ਗਈ, ਉੱਥੇ ਸਰਕਾਰ ਦੇ ਜੋ ਨੁਮਾਇੰਦੇ ਨੇ ਆਪਸ ਵਿੱਚ ਮੀਟਿੰਗਾਂ ਕਰਕੇ ਉਲਝ ਰਹੇ ਨੇ। ਕੀ ਸਮਝਦੇ ਹੋ ਕਿ ਹੁਣ ਇਹ ਵਕਤ ਕਿਹੜਾ ਹੈ ਜਿਸ ਤਰ੍ਹਾਂ ਸੋਚਣਾ ਚਾਹੀਦਾ ਸੀਗਾ ਤੇ ਉਹ ਆਪਸ ਉਲਝੇ ਪਏ ਸੀ? ਅਗਲੀ ਇਲੈਕਸ਼ਨ ਦੀ ਤਿਆਰੀ ਕਰ ਰਹੇ ਕਿ ਲੋਕਾਂ ਬਾਰੇ? ਸੂਰਜ ਜੀ, ਜਗਤਾਰ ਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਇਹਦੇ 'ਚ ਕੋਈ ਸਿਆਸਤ ਨਹੀਂ ਹੈ। ਅੱਜ ਇਨਸਾਨੀਅਤ ਦੀ ਲੜਾਈ ਹੈ, ਕੋਈ ਪੋਲੀਟੀਕਲ ਪਾਰਟੀ ਦੀ ਲੜਾਈ ਨਹੀਂ, ਕੋਈ ਧਰਮ ਦੀ, ਕੋਈ ਫਿਰਕੇ ਦੀ, ਕੋਈ ਜਾਤ ਪਾਤ ਦੀ। ਹਾਂਜੀ ਯਾਰ ਲੜਾਈ ਲੋਕਾਂ ਦੀ ਜਾਨ ਬਚਾਉਣ ਦੀ ਹੈ। ਓਕੇ ਧਿਆਨ ਹੀ ਨਹੀਂ ਹੈ। ਤੁਸੀਂ ਮੈਨੂੰ ਦੱਸ ਦਿਓ, ਇਹ ਸਾਰੇ ਮੰਤਰੀ, ਅੱਜ 4 ਮੰਤਰੀਆਂ ਨੇ ਹੋਰ ਕਹਿਤਾ ਸਿੱਧੂ ਨੂੰ ਕੱਢੋ, ਕੱਲ 3 ਨੇ ਕਿਹਾ ਸੀ ਸਿੱਧੂ ਨੂੰ ਕੱਢੋ, ਪਰਸੋਂ 5 ਕਹਿੰਦੇ ਸੀ ਕੈਪਟਨ ਨੂੰ ਕੱਢੋ। ਯਾਰ ਕਰੋਨਾ ਨੂੰ ਕੌਣ ਕੱਢੂਗਾ? ਕਦੇ ਇਸ ਮਸਲੇ ਤੇ ਕਿਸੇ ਦਾ ਇਹਨਾਂ ਦਾ ਬਿਆਨ ਆਇਆ? ਕਦੇ ਇਹਨਾਂ ਵਜ਼ੀਰਾਂ ਨੇ ਕੋਈ ਸਿਵਲ ਹਸਪੀਟਲ, ਕੋਈ ਮੈਡੀਕਲ ਕਾਲਜ ਦੇ ਵਿੱਚ ਦੌਰਾ ਕਰਕੇ ਲੋਕਾਂ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਹੈ?
ਜਿਹੜੀ ਕੁਰਸੀ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਵੈਸੇ ਤਾਂ ਚਲੋ ਹਾਲਾਤ ਕਾਂਗਰਸ ਦੇ ਪਹਿਲਾਂ ਹੀ ਮਾੜੇ ਸੀ, ਪਰ ਲੋਕਾਂ ਦੀਆਂ ਬਦਦੁਆਵਾਂ ਇਹਨਾਂ ਨੂੰ ਇਸ ਦੌਰ 'ਚ ਇਹੋ ਜਿਹੀਆਂ ਲੱਗਣਗੀਆਂ, ਜਿਹੜੀ ਕੁਰਸੀ ਪਿੱਛੇ ਲੜਦੇ ਫਿਰਦੇ ਆ ਨਾ, ਹੱਥ ਪਾਉਣ ਨੂੰ ਫਿਰਦੇ ਆ, ਉਹ ਨਾ ਕੈਪਟਨ ਦੀ ਰਹਿਣੀ ਆ, ਨਾ ਸਿੱਧੂ ਦੀ ਰਹਿਣੀ ਆ, ਨਾ ਸੁੱਖੀ ਦੀ ਰਹਿਣੀ ਆ, ਨਾ ਜਾਖੜ ਦੀ ਰਹਿਣੀ ਆ। ਇਹ ਯਾਦ ਕਰਨਗੇ ਲੋਕ, ਇਹੋ ਜਿਹੀ ਸੱਟ ਮਾਰਨਗੇ, ਜਦੋਂ ਮਾਰਦੇ ਆ ਨਾ ਉਹਦੀ ਆਵਾਜ਼ ਘੱਟ ਹੁੰਦੀ ਆ ਪਰ ਅਸਰ ਬੜਾ ਹੁੰਦਾ ਉਹਦਾ। ਇਹੋ ਜਿਹੀ ਸੱਟ ਮਾਰਨਗੇ ਕਿ ਅਗਲੇ 20 ਸਾਲ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਧੰਨਵਾਦ ਜੀ।